ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਜਿਸ ਤਰ੍ਹਾਂ ਆਪ ਜੀ ਦੇ ਨਾਲ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ, ਉਹਨਾਂ ਦੀ ਜੀਵਨ ਯਾਤਰਾ, ਵਿਚਾਰਧਾਰਾ, ਉਹਨਾਂ ਦੇ ਜੀਵਨ ਇਤਿਹਾਸ ਔਰ ਦਿੱਤੇ ਹੋਏ ਸੰਦੇਸ਼ਾਂ ਦੇ ਬਾਰੇ ਤੁਹਾਡੇ ਨਾਲ ਚਰਚਾ ਲਗਾਤਾਰ ਚੱਲ ਰਹੀ ਹੈ। ਸੋ ਅੱਜ ਇੱਕ ਅਹਿਮ ਗੱਲ ਕਰਾਂਗੇ ਕਿ ਗੁਰੂ ਹਰ ਰਾਏ ਸਾਹਿਬ ਦੇ ਉੱਪਰ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਜੀ ਗੁਰੂ ਹਰ ਰਾਏ ਸਾਹਿਬ ਦੇ ਉੱਪਰ ਮੁਗਲਿਆ ਹਕੂਮਤ ਦੇ ਵੱਲੋਂ ਕਿੰਨੀ ਵਾਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੂਸਰਾ ਅਹਿਮ ਸਵਾਲ, ਰਾਮ ਰਾਏ ਨੂੰ ਔਰੰਗਜ਼ੇਬ ਨੇ ਕਿਉਂ ਬੁਲਾਇਆ। ਤੇ ਤੀਸਰਾ ਸਵਾਲ ਕਿ ਜਿਹੜਾ ਔਰੰਗਜ਼ੇਬ ਨੇ ਰਾਮ ਰਾਏ ਨੂੰ ਸਵਾਲ ਪੁੱਛਿਆ ਹੈ ਕਿ ਮਿੱਟੀ ਮੁਸਲਮਾਨ ਕਈ ਪੇੜੇ ਪਈ ਘੁਮਿਆਰ, ਇਹਦੇ ਬਾਰੇ ਇੱਕ ਇਤਿਹਾਸਕਾਰ ਸੁਨੀਤੀ ਚਟਰਜੀ ਨੇ ਇੱਕ ਸਵਾਲ ਕੀਤਾ ਸੀ ਕਿ ਔਰੰਗਜ਼ੇਬ ਜਿਹੜਾ ਉਹ ਕਿਸ ਤਰ੍ਹਾਂ ਜਾਣਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਬਾਰੇ, ਕਿ ਉਹਨੇ ਇਹ ਸਵਾਲ ਔਰੰਗਜ਼ੇਬ ਨੂੰ ਕਿਵੇਂ ਕਰ ਲਿਆ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਦੇ ਨਾਲ ਸਵਾਲ ਤਿੰਨੇ ਹੀ ਬੜੇ ਅਹਿਮ ਨੇ ਤੇ ਅਸੀਂ ਵਿਚਾਰਨ ਦਾ ਯਤਨ ਕਰਾਂਗੇ। ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਤਾ ਗੱਦੀ ਸ੍ਰੀ ਹਰਕ੍ਰਿਸ਼ਨ ਸਾਹਿਬ ਨੂੰ ਮਿਲੀ ਹੈ। ਔਰ ਸ਼ੇਖ ਸਾਦੀ ਨੇ ਇੱਕ ਗੱਲ ਲਿਖੀ ਵੀ ਬੜੀ ਪਿਆਰੀ ਹੈ, ਜਿਹਦੇ ਵਿੱਚੋਂ ਇਹ ਗੱਲ ਬੜੀ ਸਾਫ਼ ਹੋ ਜਾਂਦੀ ਹੈ ਕਿ ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾ, ਕਿ ਜਿਹੜੀ ਬਜ਼ੁਰਗੀ, ਜਿਹੜੀ ਸਿਆਣਪ ਉਸ ਨੂੰ ਕਿਹਾ ਜਾਂਦਾ ਹੈ, ਨਾ ਕਿ ਅਕਲ ਤੋਂ ਹੀਣੇ ਕਿਸੇ ਵੱਧ ਆਜੂ ਵਾਲੇ ਮਨੁੱਖ ਨੂੰ। ਕਿਉਂਕਿ ਅਕਸਰ ਹੁੰਦਾ ਅਸੀਂ ਕਈ ਵਾਰੀ ਕੋਈ ਬੜਾ ਹੀ ਛੋਟੀ ਉਮਰ ਦਾ ਬੱਚਾ ਬੜੀ ਸਿਆਣੀ ਗੱਲ ਕਰੇ, ਅਸੀਂ ਕਹਿ ਦਿੰਦੇ ਤੇਰੀ ਉਮਰ ਤੇ ਬੜੀ ਛੋਟੀ ਹੈ, ਗੱਲਾਂ ਬੜੀਆਂ ਦਾਨੀਆਂ ਸਿਆਣੀਆਂ ਬਜ਼ੁਰਗਾਂ ਵਾਲੀਆਂ ਕਰਦਾ ਹੈ। ਤੇ ਕਈ ਵਾਰੀ ਬੜੀ ਸਿਆਣੀ ਉਮਰ ਹੋਵੇ, ਚਿੱਟੀ ਦਾੜੀ ਹੋਵੇ, ਬੰਦਾ ਗੱਲ ਹੀ ਐਵੇਂ ਦੀ ਕਰਦਾ, ਮਜਬੂਰ ਹੋ ਕੇ ਕਹਿਣਾ ਪੈਂਦਾ ਬਜ਼ੁਰਗੋ ਉਮਰ ਤੁਹਾਡੀ ਇੰਨੀ ਹੈ, ਗੱਲਾਂ ਬੱਚਿਆਂ ਵਰਗੀਆਂ ਕਰਦੇ ਹੋ। ਸੋ ਬੁੱਢੇ ਵੀ ਬੱਚੇ ਹੋ ਸਕਦੇ ਨੇ ਜੇ ਬਜ਼ੁਰਗੀ ਦਾ ਸੰਬੰਧ ਉਮਰ ਦੇ ਨਾਲ ਹੈ, ਤੇ ਬੱਚੇ ਵੀ ਬੁੱਢੇ ਹੋ ਸਕਦੇ ਨੇ। ਸੋ ਅਸੀਂ ਇੱਥੇ ਬੱਚਾ ਸ਼ਬਦ ਦੀ ਵਰਤੋਂ ਨਹੀਂ ਕਰਾਂਗੇ। ਬਾਲਾ ਪ੍ਰੀਤਮ ਸ੍ਰੀ ਹਰਕ੍ਰਿਸ਼ਨ ਸਾਹਿਬ, ਰਾਮ ਰਾਏ ਇਹਨਾਂ ਦੇ ਵੱਡੇ ਭਰਾਤਾ ਜੀ, ਜਿਹੜੇ ਇਹਨਾਂ ਤੋਂ ਉਮਰ ਦੇ ਵਿੱਚ 6 ਸਾਲ ਵੱਡੇ ਸਨ। ਜੇਕਰ ਤੁਸੀਂ ਉਹਨਾਂ ਦੇ ਜੀਵਨ ਦੇ ਬਾਰੇ ਵੀ ਪੜ੍ਹੋਗੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਬੰਦਾ ਰੌਸ਼ਨ ਦਿਮਾਗ ਹੈ, ਉਹ ਗੁਰੂ ਘਰ ਦਾ ਸਾਹਿਬਜ਼ਾਦਾ ਹੈ, ਉਹ ਦਿਮਾਗੀ ਤੌਰ ਤੇ ਸੂਝ-ਬੂਝ ਵਾਲਾ ਹੈ, ਉਹ ਗੁਰਬਾਣੀ ਦਾ ਗਿਆਤਾ ਹੈ, ਜ਼ਿੰਮੇਵਾਰੀਆਂ ਨੂੰ ਸੰਭਾਲਣ ਵਾਲਾ ਹੈ। ਪਰ ਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਗੁਰਬਾਣੀ ਦੇ ਨਾਲ ਇੱਕ ਨੁਕਤੇ ਦੀ ਵੀ ਤੋੜ ਮਰੋੜ ਬਰਦਾਸ਼ਤ ਨਹੀਂ ਕੀਤੀ ਜਾਂਦੀ। ਸੋ ਸਭ ਤੋਂ ਅਹਿਮ ਗੱਲ ਅਸੀਂ ਥੋੜਾ ਜਿਹਾ ਪਿੱਛੇ ਜਾ ਕੇ ਵੇਖੀਏ ਕਿ ਜਿਸ ਵੇਲੇ ਦਾਰਾ ਸ਼ਿਕੋ ਜਿਹੜਾ ਸ਼ਾਹਜਹਾਨ ਦਾ ਬੇਟਾ ਸੀ, ਉਸ ਨੂੰ ਔਰੰਗਜ਼ੇਬ ਨੇ ਆਪਣੇ ਰਸੋਈ ਖਾਨੇ ਦੇ ਨੌਕਰ, ਬਾਵਰਚੀ ਖਾਨੇ ਦੇ ਨੌਕਰ ਦੇ ਰਾਹੀਂ ਉਸ ਦੇ ਖਾਣੇ ਦੇ ਵਿੱਚ ਜ਼ਹਿਰ, ਕੁਝ ਸਰੋਤਾਂ ਦੇ ਮੁਤਾਬਕ ਸ਼ੇਰ ਦੀ ਮੁੱਛ ਦਾ ਵਾਲ ਦੇ ਦਿੱਤਾ ਸੀ। ਦਾਰਾ ਸ਼ਿਕੋ ਦੇ ਨਾਲ ਸ਼ਾਹਜਹਾਂ ਪਿਆਰ ਬੜਾ ਕਰਦਾ ਸੀ। ਦਾਰਾ ਸ਼ਿਕੋ ਜਦੋਂ ਬਿਮਾਰ ਰਹਿਣ ਲੱਗਾ ਤਾਂ ਜਿਹੜੇ ਉਸ ਵੇਲੇ ਵੈਦ ਹਕੀਮ ਸਨ, ਜਿਨ੍ਹਾਂ ਨੂੰ ਅਸੀਂ ਰਾਜ ਵੈਦ ਕਹਿੰਦੇ ਹਾਂ ਜਾਂ ਰਾਜ ਦੇ ਖਾਸ ਹਕੀਮ ਜਾਂ ਹਿਕਮਤ ਕਰਨ ਵਾਲੇ ਕਹਿੰਦੇ ਹਾਂ, ਜਦੋਂ ਉਹਨਾਂ ਨੇ ਸਾਰੀ ਵਾਹ ਲਾ ਲਈ ਤੇ ਉਹਨਾਂ ਨੇ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਨੂੰ ਕਿਹਾ ਕਿ ਤੁਹਾਡੇ ਬੇਟੇ ਦਾ ਇਲਾਜ ਤੇ ਹੋ ਸਕਦਾ ਹੈ ਜੇਕਰ ਗੱਜ ਮੋਤੀ, ਚਿੱਟੀ ਹਰੜ ਤੇ ਇੱਕ ਖਾਸ ਭਾਰ ਦਾ ਲੌਂਗ ਜਿਹੜਾ ਜੇ ਕਿਤੇ ਉਹ ਮਿਲ ਸਕੇ ਤੇ ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਇਹ 3 ਚੀਜ਼ਾਂ ਜਿਹੜੀਆਂ ਨੇ ਇਹ ਗੁਰੂ ਹਰ ਰਾਏ ਸਾਹਿਬ ਜਿਹੜਾ ਸਿੱਖਾਂ ਦਾ ਗੁਰੂ ਵਾਸਤੇ ਸ਼ਫਾਖਾਨੇ ਦੇ ਵਿੱਚ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਸ਼ਾਹਜਹਾਨ ਦੇ ਸਮੇਂ ਵੀ ਲਾਹੌਰ ਦੇ ਸੂਬੇਦਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਹਮਲਾ ਕੀਤਾ ਸੀ, ਜੰਗ ਵੀ ਹੋਈ ਸੀ। ਪਰ ਹੁਣ ਸ਼ਾਹਜਹਾਨ ਜਿਹੜਾ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਮੇਰੇ ਬੱਚੇ ਦਾ ਇਲਾਜ ਗੁਰੂ ਘਰ ਦੇ ਵਿੱਚੋਂ ਹੀ ਸੰਭਵ ਹੈ, ਤਾਂ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇਹ ਵੇਖੀਏ ਕਿ ਅੱਜ ਪੰਜਾਬ ਦੇ ਵਿੱਚ ਕੋਈ ਬਿਮਾਰ ਹੋ ਜਾਵੇ, ਕੋਈ ਦਿੱਲੀ ਨੂੰ ਭੱਜਦਾ ਹੈ, ਕੋਈ ਬੰਬੇ ਨੂੰ ਭੱਜਦਾ ਹੈ, ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਘਰ ਦੀਆਂ ਸਿਹਤ ਸੇਵਾਵਾਂ ਕਿਵੇਂ ਦੀਆਂ ਹੋਣਗੀਆਂ, ਕਿੰਨਾ ਉੱਚਾ ਮਿਆਰ ਹੋਵੇਗਾ ਕਿ ਬਾਦਸ਼ਾਹ ਦਾ ਪੁੱਤ ਬਿਮਾਰ ਹੁੰਦਾ ਹੈ ਤੇ ਉਸ ਦੀ ਦਵਾਈ ਦੇ ਵਾਸਤੇ ਗੁਰੂ ਘਰ ਤੱਕ ਪਹੁੰਚ ਕੀਤੀ ਜਾਂਦੀ ਹੈ। ਗੁਰੂ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਾਰਾ ਸ਼ਿਕੋ ਦੇ ਇਲਾਜ ਵਾਸਤੇ ਚਾਹੀਦੀਆਂ ਸੀ
ਉਹ ਦੇ ਦਿੱਤੀਆਂ। ਦਾਰਾ ਸਿਹਤਯਾਬ ਹੋਇਆ। ਉਸ ਤੋਂ ਬਾਅਦ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਦਾਰਾ ਸ਼ਿਕੋ ਵੈਸੇ ਵੀ ਸੁਭਾਅ ਦੇ ਪੱਖ ਤੋਂ ਫਕੀਰਾਂ ਦੀ, ਦਰਵੇਸ਼ਾਂ ਦੀ ਜਾਂ ਰੂਹਾਨੀ ਇਲਮ ਵਾਲੇ ਜਿੰਨੇ ਵੀ ਸ਼ਖਸੀਅਤਾਂ ਜਾਂ ਵਿਅਕਤੀ ਹੁੰਦੇ ਸਨ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਾਰਾ ਸ਼ਿਕੋਹ ਦੇ ਸਿਹਤਯਾਬ ਹੋਣ ਦੇ ਵਿੱਚ ਗੁਰੂ ਘਰ ਦਾ ਇੱਕ ਕਹਿ ਸਕਦੇ ਹੋ ਕਿ ਬਹੁਤ ਵੱਡਾ ਯੋਗਦਾਨ ਹੈ। ਪਹਿਲੀ ਗੱਲ ਤਾਂ ਇਹ। ਦੂਸਰੀ ਗੱਲ, ਜਿਸ ਵੇਲੇ ਸ਼ਾਹਜਹਾਂ ਬਿਮਾਰ ਹੋ ਜਾਂਦਾ ਹੈ ਤਾਂ ਉਹਦੇ ਪੁੱਤਰਾਂ ਦੇ ਵਿੱਚ ਗੱਦੀ ਦੇ ਵਾਸਤੇ ਯੁੱਧ ਛਿੜ ਜਾਂਦਾ ਹੈ। ਦਾਰਾ ਸ਼ਿਕੋ ਆਗਰੇ ਦੇ ਕੋਲ ਹੈ, ਔਰੰਗਜ਼ੇਬ ਜਿਹੜਾ ਹੈ ਉਹ ਦੱਖਣ ਦੇ ਵਿੱਚ ਹੈ। ਆਪਸੀ ਕਹਿ ਸਕਦੇ ਹੋ ਇੱਕ ਭਰਾਵਾਂ ਦੇ ਵਿੱਚ ਬੜੀ ਭਾਰੀ ਜੰਗ ਵੀ ਹੁੰਦੀ ਹੈ। ਦਾਰਾ ਸ਼ਿਕੋ ਉਸ ਜੰਗ ਦੇ ਵਿੱਚ ਹਾਰ ਕੇ ਪੰਜਾਬ ਵੱਲ ਆ ਜਾਂਦਾ ਹੈ। ਉਸ ਦਾ ਪੁੱਤਰ ਸਿਪਰ ਸ਼ਿਕੋ ਉਸ ਦੇ ਨਾਲ ਹੈ। ਜਦੋਂ ਇਹ ਪੰਜਾਬ ਵੱਲ ਆਉਂਦਾ ਹੈ ਤੇ ਇੱਥੇ ਵੀ ਇਹ ਗੁਰੂ ਸਾਹਿਬ ਦੇ ਦਰ ਆ ਕੇ ਨਤਮਸਤਕ ਹੁੰਦਾ ਹੈ, ਗੋਇੰਦਵਾਲ ਬਿਆਸ ਦੇ ਕੰਢੇ। ਹੁਣ ਇਸ ਦੀ ਸਮੱਸਿਆ ਇਹ ਹੈ ਕਿ ਇਸ ਨੇ ਅੱਗੇ ਲੰਘਣਾ ਹੈ ਤੇ ਪਿੱਛਾ ਇਸ ਦਾ ਔਰੰਗਜ਼ੇਬ ਦੀ ਫੌਜ ਕਰ ਰਹੀ ਹੈ ਤੇ ਲਾਹੌਰ ਦਾ ਸੂਬੇਦਾਰ ਦਾਊਦ ਖਾਨ ਜਿਹੜਾ ਹੈ ਉਹ ਦਾਰਾ ਸ਼ਿਕੋ ਦੇ ਨਾਲ ਹਮਦਰਦੀ ਰੱਖਦਾ ਹੈ ਤੇ ਇਹਨਾਂ ਜੇਕਰ ਦੋਹਾਂ ਧਿਰਾਂ ਦੀ ਫੌਜ ਮਿਲਾ ਲਈਏ ਤਾਂ ਗਿਣਤੀ ਫੌਜ ਦੀ 30,000 ਤੋਂ ਉੱਪਰ ਬਣਦੀ ਹੈ। ਭਾਵ ਕਿ ਉਸ ਵੇਲੇ ਔਰੰਗਜ਼ੇਬ ਦੀ ਫੌਜ ਦਾ ਮੁਕਾਬਲਾ ਕਰਨ ਦੇ ਬਰਾਬਰ ਦੀ ਫੌਜ ਹੈ ਇਹਨਾਂ ਦੇ ਕੋਲ। ਪਰ ਸਮੱਸਿਆ ਸਭ ਤੋਂ ਵੱਡੀ ਹੈ ਕਿ ਦੋ ਜਿਹੜੇ ਨੇ ਉਹ ਦਰਿਆ ਪਾਰ ਕਰਨੇ ਪੈਣੇ ਨੇ, ਜਿਹਦੇ ਵਾਸਤੇ ਇਹਨਾਂ ਨੂੰ ਸੁਰੱਖਿਆ ਦੀ ਲੋੜ ਹੈ। ਸੋ ਜਿਹੜੇ ਗੁਰੂ ਘਰ ਦੇ ਘੋੜਸਵਾਰ ਨੇ ਉਹ ਬਿਆਸ ਨੂੰ ਪਾਰ ਕਰਨ ਦੇ ਸਮੇਂ ਦਾਰਾ ਸ਼ਿਕੋ ਦੀ ਮਦਦ ਕਰਦੇ ਨੇ ਤੇ ਗੁਰੂ ਸਾਹਿਬ ਦੇ ਸ਼ਰਧਾਲੂ ਚੌਧਰੀ ਲੰਗਾਹ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਕੀਤਾ ਹੈ, ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲਗਾਹ ਸਦੰਦਾ, ਉਸ ਦੇ ਪੁੱਤਰ ਸਿਕੰਦਰ ਸ਼ਾਹ ਨੇ ਗੁਰੂ ਸਾਹਿਬ ਦੇ ਫਰਮਾਨ ਨੂੰ, ਹੁਕਮ ਨੂੰ ਮੰਨਦਿਆਂ ਹੋਇਆਂ ਰਾਵੀ ਦੇ ਕੰਢੇ ਦੇ ਉੱਪਰ ਪਹਿਰਾ ਦਿੱਤਾ ਤੇ ਇਹ ਫੌਜਾਂ ਜਿਹੜੀਆਂ ਪਾਰ ਹੋਈਆਂ ਨੇ। ਹੁਣ ਔਰੰਗਜ਼ੇਬ ਨੂੰ ਇਹ ਪਤਾ ਲੱਗ ਗਿਆ ਕਿ ਸੰਯੁਕਤ ਫੌਜਾਂ ਦੇ ਨਾਲ ਜਦੋਂ ਦੋ ਧਿਰਾਂ ਇਕੱਠੀਆਂ ਹੋ ਚੁੱਕੀਆਂ ਨੇ, ਇੱਕ ਦਾਰਾ ਸ਼ਿਕੋ ਦੀ ਫੌਜ ਤੇ ਦੂਸਰਾ ਸਭ ਤੋਂ ਵੱਡੀ ਅਹਿਮ ਗੱਲ ਕਿ ਲਾਹੌਰ ਦੇ ਸੂਬੇ ਦੀ ਫੌਜ, ਜੇਕਰ ਇਹ ਦੋਵੇਂ ਫੌਜਾਂ ਮੇਰੇ ਬਰਾਬਰ ਆ ਗਈਆਂ ਤਾਂ ਲੜਨਾ ਔਖਾ ਹੋ ਜਾਵੇਗਾ ਤੇ ਹਾਰ ਵੀ ਨਿਸ਼ਚਿਤ ਹੈ। ਬਰਨੀਅਰ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਔਰੰਗਜ਼ੇਬ ਬਹੁਤ ਹੀ ਚਲਾਕ ਦਿਮਾਗ ਦਾ ਮਾਲਕ ਸੀ। ਉਸ ਦੇ ਬਾਰੇ ਉਹਦੇ ਢਿੱਡ ਵਿੱਚ ਕੀ ਹੈ ਉਸ ਨੂੰ ਕਢਾਉਣਾ ਬਹੁਤ ਔਖਾ ਸੀ, ਪਰ ਸੀ ਬਹੁਤ ਸ਼ੈਤਾਨ। ਇੱਥੇ ਹੁਣ ਔਰੰਗਜ਼ੇਬ ਨੇ ਨਕਲੀ ਚਿੱਠੀਆਂ ਜਿਹੜੀਆਂ ਨੇ ਉਹ ਲਿਖੀਆਂ ਨੇ ਦਾਊਦ ਖਾਨ ਦੇ ਨਾਮ ਦੇ ਉੱਪਰ ਤੇ ਆਪਣੇ ਖਾਸ ਜਸੂਸਾਂ ਦੇ ਰਾਹੀਂ ਪਹੁੰਚਾਈਆਂ ਨੇ ਦਾਰਾ ਸ਼ਿਕੋ ਤੱਕ। ਉਹਨਾਂ ਚਿੱਠੀਆਂ ਦੇ ਵਿੱਚ ਲਿਖਿਆ ਹੈ ਦਾਊਦ ਖਾਨ ਦੇ ਵੱਲੋਂ ਔਰੰਗਜ਼ੇਬ ਨੂੰ ਕਿ ਬੇਸ਼ੱਕ ਮੈਂ ਮਜਬੂਰੀ ਦੇ ਵਿੱਚ ਦਾਰਾ ਸ਼ਿਕੋ ਦਾ ਸਾਥ ਦਿੱਤਾ, ਪਰ ਹੁਣ ਮੈਂ ਤੁਹਾਡਾ ਵਫਾਦਾਰ ਹਾਂ, ਤੁਹਾਡੇ ਹੁਕਮ ਦੇ ਵਿੱਚ ਰਵਾਂਗਾ ਤੇ ਜਿਸ ਦਿਨ ਵੀ ਮੈਨੂੰ ਮੌਕਾ ਲੱਗਾ ਮੈਂ ਦਾਰੇ ਨੂੰ ਹੱਥ ਘੜੀਆਂ ਤੇ ਬੇੜੀਆਂ ਪਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਇਹ ਬਿਲਕੁਲ ਝੂਠੀਆਂ ਚਿੱਠੀਆਂ ਸੀ। ਇਹਨਾਂ ਚਿੱਠੀਆਂ ਦੇ ਕਰਕੇ ਔਰੰਗਜ਼ੇਬ ਦੀ ਇਸ ਚਾਲ ਦੇ ਵਿੱਚ ਆ ਕੇ ਦਾਰਾ ਸ਼ਿਕੋ ਦਾਊਦ ਖਾਨ ਦੇ ਪ੍ਰਤੀ ਸ਼ੱਕੀ ਹੋ ਗਿਆ। ਜਦੋਂ ਸ਼ੱਕੀ ਹੋ ਗਿਆ ਤੇ ਇਹਨਾਂ ਦੀਆਂ ਆਪਸ ਦੇ ਵਿੱਚ ਦੂਰੀਆਂ ਇੰਨੀਆਂ ਵੱਧ ਗਈਆਂ ਕਿ ਅਖੀਰ ਫਿਰ ਦਾਊਦ ਖਾਨ ਨੇ ਸਾਥ ਦੇ ਦਿੱਤਾ ਔਰੰਗਜ਼ੇਬ ਦਾ। ਹੁਣ ਜਿਹੜਾ ਦਾਰਾ ਸ਼ਿਕੋ ਹੈ ਉਸ ਨੂੰ ਭੱਜਣਾ ਪੈ ਗਿਆ। ਇਹ ਭੱਜ ਕੇ ਇਸ ਇਲਾਕੇ ਨੂੰ ਛੱਡ ਕੇ ਸਿੰਧ ਸੂਬੇ ਵੱਲ ਚਲਾ ਗਿਆ, ਅੱਜ ਜਿਹੜਾ ਪਾਕਿਸਤਾਨ ਦੇ ਵਿੱਚ ਹੈ। ਉੱਥੇ ਇਸ ਦੀ ਪਤਨੀ ਇਸ ਦੇ ਨਾਲ ਸੀ ਨਾਦਰਾ, ਔਰ ਜਿਸ ਵਿਅਕਤੀ ਦੇ ਕੋਲ ਇਹਨਾਂ ਨੇ ਪਨਾਹ ਲਈ ਉਹ ਸੀ ਜੀਵਨ ਮਲਕ ਜੂਨਾ। ਉੱਥੇ ਪਨਾਹ ਦੇ ਦੌਰਾਨ ਇਸ ਦੀ ਪਤਨੀ ਦੀ ਮੌਤ ਹੋ ਗਈ ਤੇ ਇਹ ਮਾਨਸਿਕ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਰਹਿਣ ਲੱਗਾ। ਹੁਣ ਜਿਹੜਾ ਜੀਵਨ ਮਲਕ ਜੂਨਾ ਉਹਨੂੰ ਵੀ ਪਤਾ ਲੱਗਿਆ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੁਣ ਇਹ ਨਾ ਤਾਂ ਫੌਜਾਂ ਇਕੱਠੀਆਂ ਕਰ ਸਕਦਾ ਹੈ ਤੇ ਨਾ ਦੁਬਾਰਾ ਗੱਦੀ ਦੇ ਉੱਪਰ ਕਾਬਜ ਹੋ ਸਕਦਾ ਹੈ ਤੇ ਉਸ ਨੇ ਆਪ ਹੀ ਮੁਖਬਰੀ ਕਰਕੇ ਇਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਸ਼ਾਹੀ ਫੌਜਾਂ ਬੇੜੀਆਂ ਦੇ ਵਿੱਚ ਜਕੜ ਕੇ
ਦਾਰਾ ਸ਼ਿਕੋ ਤੇ ਉਸਦੇ ਪੁੱਤਰ ਸਿਪਰ ਸ਼ਿਕੋ ਨੂੰ ਦਿੱਲੀ ਲੈ ਗਈਆਂ, ਜਿੱਥੇ ਔਰੰਗਜ਼ੇਬ ਨੇ ਬੜੀ ਬਕਿਰਕੀ ਦੇ ਨਾਲ ਇਹਨਾਂ ਦਾ ਕਤਲ ਕਰ ਦਿੱਤਾ। ਕਤਲ ਦਾ ਅੱਖੀ ਡਿੱਠਾ ਹਾਲ ਕਈ ਅੰਗਰੇਜ਼ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਨੇ ਕਤਲ ਕਰਨ ਤੋਂ ਬਾਅਦ ਉਸ ਦਾ ਸਿਰ ਇੱਕ ਡੱਬੇ ਦੇ ਵਿੱਚ ਪਾ ਕੇ ਉਸ ਦੇ ਬਾਪ ਸ਼ਾਹਜਹਾਨ ਨੂੰ ਭੇਜਿਆ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ। ਹੁਣ ਔਰੰਗਜ਼ੇਬ ਗੱਦੀ ਦੇ ਉੱਪਰ ਬੈਠ ਗਿਆ ਤੇ ਔਰੰਗਜ਼ੇਬ ਨੂੰ ਗੁਰੂ ਘਰ ਦੇ ਖਿਲਾਫ ਸਭ ਤੋਂ ਪਹਿਲੀ ਸ਼ਿਕਾਇਤ ਕੀਤੀ ਹੈ ਧੀਰਮਲ ਨੇ, ਵਡਭਾਗ ਸਿੰਘ ਦਾ ਜਿਹੜਾ ਵਡੇਰਾ ਸੀ। ਇਸੇ ਕਰਕੇ ਧੀਰਮਲੀਆਂ ਦੇ ਨਾਲ ਉਸ ਸਮੇਂ ਕਹਿ ਸਕਦੇ ਹੋ ਕਿ ਸਿੱਖਾਂ ਦੇ ਮਿਲ ਵਰਤਨ ਦੇ ਉੱਪਰ ਹੁਕਮ ਜਾਰੀ ਕੀਤਾ ਗਿਆ। ਧੀਰਮਲ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਸੀ ਉਹਨਾਂ ਦਾ ਕਹਿ ਸਕਦੇ ਹੋ ਕਿ ਇੱਕ ਜੋੜ ਬਣਾ ਕੇ ਪੇਸ਼ ਕੀਤਾ ਕਿ ਪਹਿਲੀ ਗੱਲ ਕਿ ਜਦੋਂ ਤੂੰ ਦਾਰੇ ਨੂੰ ਮਰਵਾਉਣ ਦੇ ਵਾਸਤੇ ਜ਼ਹਿਰ ਦਿੱਤਾ ਸੀ ਤੇ ਇਲਾਜ ਗੁਰੂ ਘਰ ਦੇ ਵਿੱਚੋਂ ਹੋਇਆ। ਦੂਸਰੀ ਗੱਲ ਕਿ ਗੁਰੂ ਸਾਹਿਬ ਨੇ ਬਿਆਸ ਦੇ ਕੰਢੇ ਦੇ ਉੱਪਰ ਮਦਦ ਕੀਤੀ ਹੈ ਦਾਰਾ ਸ਼ਿਕੋ ਦੇ ਲਸ਼ਕਰ ਦੀ। ਤੀਸਰੀ ਗੱਲ, ਗੁਰੂ ਘਰ ਦੇ ਅਹਿਮ ਸ਼ਰਧਾਲੂ ਚੌਧਰੀ ਲੰਗਾਹ ਦੇ ਪੁੱਤਰ ਚੌਧਰੀ ਸਿਕੰਦਰ ਨੇ ਰਾਵੀ ਦੇ ਪੁਲ ਦੇ ਉੱਪਰ ਗੁਰੂ ਸਾਹਿਬ ਦੇ ਕਹਿਣ ਦੇ ਉੱਪਰ ਦਾਰਾ ਸ਼ਿਕੋ ਦੀਆਂ ਫੌਜਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਹੈ। ਜਦੋਂ ਔਰੰਗਜ਼ੇਬ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗਾ ਤੇ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਖਿਲਾਫ ਪੇਸ਼ਕਾਰੀ ਕੀਤੀ ਗਈ, ਉਸ ਤੋਂ ਤੈਸ਼ ਜਾਂ ਗੁੱਸੇ ਦੇ ਵਿੱਚ ਆ ਕੇ ਔਰੰਗਜ਼ੇਬ ਨੇ ਪੰਜਾਬ ਦੇ ਆਪਣੇ ਥਾਪੇ ਹੋਏ ਇੱਕ ਫੌਜਦਾਰ ਖਲੀਲ ਉੱਲਾ ਖਾਨ ਨੂੰ ਇਹ ਸੰਦੇਸ਼ ਜਾਰੀ ਕਰ ਦਿੱਤਾ ਕਿ ਗੁਰੂ ਘਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੇਸ਼ੱਕ ਇਤਿਹਾਸ ਦੇ ਵਿੱਚ ਖਲੀਲ ਉੱਲਾ ਖਾਨ ਕਿਉਂਕਿ ਸ਼ਾਇਦ ਪੰਜਾਬ ਦਾ ਸੀ ਤੇ ਉਸ ਸਮੇਂ ਉਹ ਗੁਰੂ ਘਰ ਦੀ ਤਾਕਤ ਜਾਂ ਆਮ ਇਲਾਕੇ ਦੇ ਜਾਂ ਖਿੱਤੇ ਦੇ ਲੋਕਾਂ ਦੇ ਵਿੱਚ ਜੋ ਗੁਰੂ ਘਰ ਦਾ ਸਤਿਕਾਰ ਸੀ ਉਸ ਨੂੰ ਜਾਣਦਾ ਸੀ। ਉਹਦੇ ਵੱਲੋਂ ਕੋਈ ਬਹੁਤੀ ਵੱਡੀ ਕਾਰਵਾਈ ਕਰਨ ਦਾ ਜ਼ਿਕਰ ਨਹੀਂ ਮਿਲਦਾ। ਪਰ 3 ਵਾਰੀ ਜਿਹੜੇ ਨੇ ਉਹ ਜਿੱਥੇ ਗੁਰੂ ਸਾਹਿਬ ਸਨ ਕੀਰਤਪੁਰ ਸਾਹਿਬ ਉੱਥੇ ਹਮਲੇ ਕੀਤੇ ਗਏ। ਪਹਿਲਾ ਤਾਂ ਇੱਕ 10 ਹਜ਼ਾਰੀ ਮਨਸਬਦਾਰ ਸੀ ਜਿਹਦੇ ਕੋਲ ਕੰਧਾਰ ਦਾ ਸੂਬਾ ਸੀ, ਉਸ ਨੇ ਹਮਲਾ ਕੀਤਾ ਜਿਸ ਦਾ ਨਾਮ ਦਰੀਦਾ ਖਾਨ ਸੀ। ਜਦੋਂ ਇਹ ਦਰੀਦਾ ਖਾਨ ਫੌਜ ਲੈ ਕੇ ਆਇਆ ਤਾਂ ਇਸ ਦੇ ਆਪਣੇ ਸਾਥੀਆਂ ਦੇ ਨਾਲ ਤਨਖਾਹ ਦੇ ਮਸਲੇ ਨੂੰ ਲੈ ਕੇ ਝਗੜਾ ਹੋ ਗਿਆ, ਉਹਨਾਂ ਨੇ ਇਸ ਦਾ ਕਤਲ ਕਰ ਦਿੱਤਾ। ਇੱਕ ਹਮਲਾ ਜਿਹੜਾ ਸੀ ਉਹ 10 ਹਜ਼ਾਰੀ ਮਨਸਬਦਾਰ ਜ਼ਾਲਮ ਖਾਨ ਨੇ ਕੀਤਾ। ਜਦੋਂ ਉਹ ਰਸਤੇ ਦੇ ਵਿੱਚ ਆ ਰਿਹਾ ਸੀ ਤੇ ਉਹਦੇ ਕੋਲੋਂ ਕਿਸੇ ਤਰੀਕੇ ਦੇ ਨਾਲ ਸ਼ਿਕਾਰ ਕਰਨ ਤੋਂ ਬਾਅਦ ਜਿਹੜਾ ਮਾਸ ਖਾਧਾ ਗਿਆ, ਉਸ ਜਾਨਵਰ ਦੇ ਵਿੱਚ ਕੋਈ ਬਿਮਾਰੀ ਸੀ ਜਾਂ ਕੁਝ ਸਰੋਤਾਂ 'ਚ ਲਿਖਿਆ ਕਿ ਕੱਚਾ ਮਾਸ ਖਾਣ ਕਰਕੇ ਉਸ ਦੀ ਜਿਹੜੀ ਸੀ ਮੌਤ ਹੋ ਗਈ। ਤੀਸਰਾ ਜਿਹੜਾ ਹਮਲਾਵਰ ਆਇਆ ਉਹ ਆਇਆ ਸਹਾਰਨਪੁਰ ਦਾ ਨਵਾਬ ਨਾਹਰ ਖਾਨ। ਨਾਹਰ ਖਾਨ ਸਹਾਰਨਪੁਰ ਦਾ ਨਵਾਬ ਸੀ। ਜਦੋਂ ਉਹ ਕੀਰਤਪੁਰ ਸਾਹਿਬ ਦੇ ਉੱਪਰ ਚੜ੍ਹਾਈ ਕਰਨ ਦੇ ਵਾਸਤੇ ਗੁਰੂ ਸਾਹਿਬ ਦੇ ਖਿਲਾਫ ਆਇਆ ਤਾਂ ਉਸ ਦੀਆਂ ਫੌਜਾਂ ਦੇ ਵਿੱਚ ਹੈਜਾ ਫੈਲ ਗਿਆ, ਜਿਸ ਕਰਕੇ ਬਹੁਤ ਸਾਰੇ ਸਿਪਾਹੀਆਂ ਦੀ ਮੌਤ ਹੋ ਗਈ ਤੇ ਉਸ ਨੂੰ ਵੀ ਵਾਪਸ ਮੁੜਨਾ ਪਿਆ। ਸੋ ਜਦੋਂ ਅਸੀਂ ਗੁਰੂ ਹਰਰਾਏ ਸਾਹਿਬ ਦੇ ਜੀਵਨ ਦੇ ਬਾਰੇ ਪੜ੍ਹਦੇ ਹਾਂ ਤਾਂ ਇਹ ਗੱਲਾਂ ਤਕਰੀਬਨ ਕਿਤੇ ਨਾ ਕਿਤੇ ਇਤਿਹਾਸ 'ਚੋਂ ਮਨਫੀ ਹੋ ਜਾਂਦੀਆਂ ਨੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਹਕੂਮਤ ਦੇ ਖਿਲਾਫ ਜੰਗਾਂ ਲੜਨੀਆਂ ਪਈਆਂ ਨੇ ਤੇ ਗੁਰੂ ਹਰਰਾਏ ਸਾਹਿਬ ਦੇ ਉੱਪਰ ਵੀ 3-4 ਵਾਰੀ ਹਕੂਮਤ ਦੇ ਜਿਹੜੇ ਮਨਸਬਦਾਰ ਸੀ ਉਹ ਹਮਲਾਵਰ ਹੋ ਕੇ ਆਏ। ਇਹਨਾਂ ਸਾਰੀਆਂ ਮੁਹਿੰਮਾਂ ਦੇ ਨਾਕਾਮ ਰਹਿਣ ਤੋਂ ਬਾਅਦ ਔਰੰਗਜ਼ੇਬ ਜਿਹੜਾ ਹੈ ਉਸ ਨੇ ਹੁਣ ਇੱਕ ਆਪਣਾ ਨਵਾਂ ਕਹਿ ਸਕਦੇ ਹੋ ਤਰੀਕਾ ਵਰਤਿਆ ਹੈ ਗੁਰੂ ਘਰ ਨੂੰ ਆਪਣੇ ਸਾਹਮਣੇ ਝੁਕਾਉਣ ਦਾ। ਉਸ ਨੇ ਆਪਣੇ ਇੱਕ ਖਾਸ ਸਲਾਹਕਾਰ ਜਿਹੜਾ ਸੀਗਾ ਉਸ ਨੂੰ ਭੇਜਿਆ, ਸ਼ਿਵਦਿਆਲ ਉਸ ਦਾ ਨਾਮ ਸੀ। ਉਸ ਨੂੰ ਕਿਹਾ ਕਿ ਗੁਰੂ ਸਾਹਿਬ ਤੁਹਾਨੂੰ ਔਰੰਗਜ਼ੇਬ ਯਾਦ ਕਰਦਾ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਤੇ ਗੁਰੂ ਸਾਹਿਬ ਨੇ, ਗੁਰੂ ਹਰਰਾਏ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਹੈ ਉਹ ਬੜਾ ਪਿਆਰਾ ਹੈ। ਕਹਿੰਦੇ ਉਹਨੂੰ ਸਾਡਾ ਜਵਾਬ ਦੇ ਦੀ, ਹਮ ਸਿਓ ਤੁਮ ਸਿਓ, ਸਾਨੂੰ ਤੁਹਾਡੇ ਨਾਲ ਨਾ ਹੀ ਕਿਛ ਕਾਮ, ਰਾਖੇ ਨਾ ਹੀ ਮੁਲਕ, ਦੇਣੇ ਨਾ ਹੀ ਦਾਮ। ਇਹ ਹੈ ਸਭ ਤੋਂ ਵੱਡਾ ਆਜ਼ਾਦੀ ਦਾ ਸੰਦੇਸ਼। ਇਹੀ ਸੰਦੇਸ਼ ਕਦੀ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਸੀ ਕਿ ਤਿੰਨ ਤੇ ਬਾਜ ਨਾਹੀ ਅਬ ਦੇਣਾ, ਅਬ ਤਾਜ ਰਾਜ ਤਿੰਨ ਤੇ ਸਭ ਲੈਣਾ। ਸੋ ਇਹੀ ਤਰ੍ਹਾਂ ਦਾ ਸੰਦੇਸ਼ ਗੁਰੂ ਸਾਹਿਬ ਕਹਿ ਰਹੇ ਨੇ, ਹਮ ਸਿਓ ਤੁਮ ਸਿਓ ਨਾ ਹੀ ਕਿਛ ਕਾਮ, ਰਾਖੇ ਨਾ ਹੀ ਮੁਲਕ, ਦੇਣੇ ਨਹੀਂ ਦਾਮ। ਮੈਨੂੰ ਤੈਨੂੰ ਮਿਲਣ ਦਾ ਕੋਈ ਸ਼ੌਕ ਨਹੀਂ, ਮੈਨੂੰ ਤੇਰੇ ਨਾਲ ਕੋਈ ਕੰਮ ਨਹੀਂ, ਮੈਨੂੰ ਤੇਰੇ ਪ੍ਰਤੀ ਕੋਈ ਗਰਜ ਨਹੀਂ। ਮੈਂ ਤੇਰੇ ਕੋਲ
ਕਹਿ ਸਕਦੇ ਹੋ ਕੋਈ ਸਹੂਲਤ ਨਹੀਂ ਰਹਿਣੀ। ਜਿਹੜਾ ਸਾਡਾ ਇਲਾਕਾ ਹੈ, ਖਿੱਤਾ ਹੈ, ਅਸੀਂ ਉਸ ਦੀ ਆਪਣੀ ਰਾਖੀ ਆਪ ਕਰਦੇ ਹਾਂ, ਅਸੀਂ ਤੇਰੀ ਰਖਵਾਲੀ ਦੇ ਮੁਤਾਜ ਨਹੀਂ। ਇਸ ਕਰਕੇ ਜੇ ਉਹ ਇਲਾਕਾ ਸਾਡਾ ਹੈ, ਉਸ ਇਲਾਕੇ 'ਚ ਫੌਜ ਸਾਡੀ ਹੈ, ਜੇਕਰ ਰਾਖੀ ਅਸੀਂ ਕਰਦੇ ਹਾਂ ਤੇ ਅਸੀਂ ਤੈਨੂੰ ਦੇਣੇ ਨਹੀਂ ਦਾਮ, ਕਿਸੇ ਤਰ੍ਹਾਂ ਦਾ ਕੋਈ ਟੈਕਸ ਵੀ ਨਹੀਂ ਦੇਣਾ। ਇਹ ਕਹਿ ਸਕਦੇ ਹੋ ਕਿ ਆਜ਼ਾਦ ਰਾਜਸੀ ਸੱਤਾ ਦਾ ਸੰਦੇਸ਼ ਸੀ। ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਨੂੰ ਇਸ ਗੁਰੂ ਸਾਹਿਬ ਦੇ ਸੰਦੇਸ਼ ਦਾ ਪਤਾ ਲੱਗਾ, ਥੋੜਾ ਹੋਰ ਤੈਸ਼ ਦੇ ਵਿੱਚ ਆਇਆ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਜੇ ਜੈ ਸਿੰਘ ਨੇ, ਜਿਹੜਾ ਅੰਬੇਰ ਵਾਲਾ ਸੀ, ਉਸ ਨੇ ਉਸ ਨੂੰ ਠੰਡਾ ਕੀਤਾ ਤੇ ਕਿਹਾ ਕਿ ਗੁਰੂ ਸਾਹਿਬ ਦੇ ਨਾਲ ਮੁਲਾਕਾਤ ਦਾ ਪ੍ਰਬੰਧ ਮੈਂ ਕਰਾਂਗਾ। ਉਸ ਦੇ ਵੱਲੋਂ ਗੁਰੂ ਸਾਹਿਬ ਨੂੰ ਮਿਲਣ ਦਾ ਜਿਹੜਾ ਸੀ ਉਹ ਸੰਦੇਸ਼ ਪ੍ਰਾਪਤ ਹੋਇਆ ਤੇ ਫਿਰ ਗੁਰੂ ਸਾਹਿਬ ਨੇ ਸੰਗਤ ਦੇ ਨਾਲ ਸਲਾਹ ਮਸ਼ਵਰਾ ਕੀਤਾ। ਸੰਗਤ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਸਾਰੀ ਸਿਚੁਏਸ਼ਨ, ਸਾਰੇ ਹਾਲਾਤ ਦੱਸਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਗੁਰੂ ਸਾਹਿਬ ਦਿੱਲੀ ਨਹੀਂ ਜਾਣਗੇ, ਕਿਉਂਕਿ 3-4 ਵਾਰੀ ਵੱਖ-ਵੱਖ ਮਨਸਬਦਾਰ ਤੇ ਸੂਬਿਆਂ ਦੇ ਜਰਨੈਲ ਹਮਲਾਵਰ ਕਰਕੇ ਭੇਜਣ ਤੋਂ ਬਾਅਦ ਸੰਗਤਾਂ ਇਹਦੇ ਵਿੱਚ ਗੁਰੂ ਸਾਹਿਬ ਦੀ ਸੁਰੱਖਿਆ ਨੂੰ ਖਤਰਾ ਸਮਝਦੀਆਂ ਸਨ। ਸੋ ਇਹ ਫੈਸਲਾ ਲਿਆ ਗਿਆ ਕਿ ਗੁਰੂ ਸਾਹਿਬ ਦਾ ਵੱਡਾ ਸਪੁੱਤਰ ਰਾਮ ਰਾਏ ਜਿਹੜਾ ਉਹ ਜਾਵੇਗਾ ਤੇ ਉਹਦੇ ਨਾਲ 2 ਜਿਹੜੇ ਸਿੱਖ ਨੇ ਉਹ ਜਾਣਗੇ। ਸੋ ਰਾਮ ਰਾਏ ਜਦੋਂ ਉੱਥੇ ਜਾਂਦਾ ਹੈ ਤੇ ਉਹਦੇ ਨਾਲ ਭਾਈ ਬਹਿਲੋ ਜੀ ਦਾ ਪੋਤਰਾ ਭਾਈ ਤਾਰਾ ਜੀ ਤੇ ਭਾਈ ਗੁਰਦਾਸ ਜੀ, ਇਹ 2 ਭਰਾ ਨੇ ਜਿਹੜੇ ਉਹਨਾਂ ਦੇ ਨਾਲ ਜਾਂਦੇ ਨੇ। ਰਾਮ ਰਾਏ ਦੀਆਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿੰਨੀਆਂ ਵੀ ਕਹਿ ਸਕਦੇ ਹੋ ਕਿ ਜਿਨ੍ਹਾਂ ਨੂੰ ਅਸੀਂ ਕਰਾਮਾਤਾਂ ਕਹਿੰਦੇ ਹਾਂ, ਉਹਨਾਂ ਦੇ ਬਾਰੇ ਬਹੁਤ ਸਾਰੇ ਇਤਿਹਾਸਿਕ ਸਰੋਤਾਂ ਦੇ ਵਿੱਚ ਜ਼ਿਕਰ ਮਿਲ ਜਾਂਦਾ ਹੈ। ਹੁਣ ਅਗਲੀ ਗੱਲ ਤੇ ਆਉਂਦੇ ਹਾਂ ਕਿ ਜਿਹੜੀ ਗੱਲ ਸੁਨੀਤੀ ਚੈਟਰਜੀ ਨੇ ਲਿਖੀ ਹੈ ਕਿ ਔਰੰਗਜ਼ੇਬ ਨੇ ਜਦੋਂ ਰਾਮ ਰਾਏ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਬਾਰੇ ਸਵਾਲ ਪੁੱਛਿਆ ਤਾਂ ਉਸ ਨੂੰ ਕਿਵੇਂ ਪਤਾ ਸੀ, ਤਾਂ ਉਹਦੇ ਵਾਸਤੇ ਸਾਨੂੰ ਔਰੰਗਜ਼ੇਬ ਦੇ ਦਰਬਾਰ ਦੇ ਨਾਲ ਸੰਬੰਧਿਤ ਅਹਿਮ ਸਰੋਤ ਮੁਅੱਸਰੇ ਆਲਮਗੀਰੀ ਪੜ੍ਹਨਾ ਪਏਗਾ। ਮੁਅੱਸਰੇ ਆਲਮਗੀਰੀ ਦੇ ਵਿੱਚ ਇੱਕ ਚੈਪਟਰ ਹੈ ਗੱਦੀ ਨਸ਼ੀਨੀ ਦਾ 33ਵਾਂ ਸਾਲ, ਤੇ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਵਿਅਕਤੀ ਆਇਆ ਜਿਸ ਨੇ ਕਿਹਾ ਕਿ ਮੈਂ ਤੇਰਾ ਮੁਰੀਦ ਬਣਨਾ ਚਾਹੁੰਦਾ। ਔਰੰਗਜ਼ੇਬ ਨੇ ਕਿਹਾ ਕਿ ਮੈਂ ਕੋਈ ਰੂਹਾਨੀ ਜਾਂ ਕਹਿ ਸਕਦੇ ਹੋ ਕਿ ਆਤਮਿਕ ਬਲ ਵਾਲੀ ਸ਼ਖਸੀਅਤ ਨਹੀਂ ਕਿ ਤੂੰ ਮੇਰਾ ਮੁਰੀਦ ਬਣੇ, ਮੈਂ ਰਾਜਾ ਹਾਂ, ਤੂੰ ਪ੍ਰਜਾ ਬਣ ਕੇ ਰਹਿ ਸਕਦਾ। ਅਗਲੇ ਦਿਨ ਫਿਰ ਉਸਨੇ ਇਹੀ ਗੱਲ ਕਹੀ ਕਿ ਮੈਂ ਤੇਰਾ ਮੁਰੀਦ ਬਣਨਾ ਚਾਹੁੰਦਾ, ਤੇ ਜਿਹੜਾ ਔਰੰਗਜ਼ੇਬ ਦਾ ਜਰਨੈਲ ਸੀ ਸਲਾਬਤ ਖਾਨ, ਉਸਨੇ ਉਸਨੂੰ ਬਾਹਰ ਭੇਜ ਦਿੱਤਾ। ਅਗਲੇ ਦਿਨ ਉਹ ਫਿਰ ਦਰਬਾਰ ਦੇ ਵਿੱਚ ਔਰੰਗਜ਼ੇਬ ਨੂੰ ਆ ਕੇ ਕਹਿੰਦਾ ਹੈ ਕਿ ਮੈਂ ਤੇਰਾ ਮੁਰੀਦ ਬਣਨਾ ਚਾਹੁੰਦਾ, ਤੇ ਔਰੰਗਜ਼ੇਬ ਨੇ ਪੈਸਿਆਂ ਦੀ ਪੋਟਲੀ ਦੇ ਦਿੱਤੀ। ਉਸ ਵਿਅਕਤੀ ਨੇ ਪੈਸਿਆਂ ਦੀ ਪੋਟਲੀ ਤੇ ਜਾ ਕੇ ਦਰਿਆ ਦੇ ਵਿੱਚ ਸੁੱਟ ਦਿੱਤੀ, ਤੇ ਅਗਲੇ ਦਿਨ ਕੁਝ ਸਰੋਤਾਂ ਦੇ ਮੁਤਾਬਕ ਉਸਨੇ ਫਿਰ ਕਹਿ ਸਕਦੇ ਹੋ ਉਸੇ ਦਰਿਆ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸਿਪਾਹੀਆਂ ਨੇ ਕੱਢ ਕੇ ਲਿਆਂਦਾ, ਫਿਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ। ਇਹ ਉਸਦੀ ਡਾਇਰੀ 'ਚ ਲਿਖਿਆ, ਉਹਦੀ ਡਾਇਰੀ 'ਤੇ ਨਹੀਂ, ਉਹਦੇ ਦਰਬਾਰ ਦੇ ਬਾਰੇ ਜਿਹੜੀ ਡਾਇਰੀ ਲਿਖੀ ਗਈ ਹੈ ਉਹਦੇ ਵਿੱਚ ਲਿਖਿਆ ਹੋਇਆ। ਤੇ ਉਸ ਸਮੇਂ ਔਰੰਗਜ਼ੇਬ ਨੇ ਉਸ ਨੂੰ ਇੱਕ ਪ੍ਰਮਾਣ ਦਿੱਤਾ ਸੀ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ। ਜਦੋਂ ਇਹ ਗੱਲ ਕੀਤੀ ਤੇ ਸ਼ਾਹੀ ਕਾਜੀ ਨੇ ਔਰੰਗਜ਼ੇਬ ਨੂੰ ਮੋੜਵਾਂ ਸਵਾਲ ਕੀਤਾ ਕਿ ਇਹ ਤਾਂ ਸਿੱਖਾਂ ਦਾ ਜਿਹੜਾ ਗੁਰੂ ਹੈ ਨਾਨਕ, ਉਸ ਦੀ ਬਾਣੀ ਹੈ, ਤੁਸੀਂ ਇਸ ਦੇ ਬਾਰੇ ਕਿਵੇਂ ਜਾਣਦੇ ਹੋ? ਤੇ ਫਿਰ ਔਰੰਗਜ਼ੇਬ ਨੇ ਜਵਾਬ ਦਿੱਤਾ ਸੀ ਕਿ ਮੈਂ ਬਚਪਨ ਦੇ ਵਿੱਚ ਜਦੋਂ ਸੁਲਤਾਨਪੁਰ ਲੋਧੀ ਪੜ੍ਹਦਾ ਸੀ। ਹੁਣ ਫਿਰ ਅੱਗੇ ਆ ਜਾਈਏ ਕਿ ਜੇਕਰ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਸ਼ਫਾਖਾਨਾ, ਕਹਿਣ ਤੋਂ ਭਾਵ ਕਿ ਜੇਕਰ ਸਭ ਤੋਂ ਵੱਡਾ ਹਸਪਤਾਲ ਹੈ ਤਾਂ ਉਹ ਸਿੱਖਾਂ ਦਾ, ਬਾਦਸ਼ਾਹ ਦੇ ਪੁੱਤ ਨੂੰ ਪੜ੍ਹਨ ਦੇ ਵਾਸਤੇ ਵੀ ਪੰਜਾਬ ਆਉਣਾ ਪੈਂਦਾ ਹੈ ਤੇ ਬਾਦਸ਼ਾਹ ਦੇ ਪੁੱਤ ਨੂੰ ਇਲਾਜ ਕਰਾਉਣ ਵਾਸਤੇ ਵੀ ਪੰਜਾਬ ਆਉਣਾ ਪੈਂਦਾ ਹੈ। ਭਾਵ ਸਭ ਤੋਂ ਵੱਡਾ ਇਸ ਦੇਸ਼ ਦਾ ਵਿਦਿਅਕ ਕੇਂਦਰ ਸਿੱਖਾਂ ਦੇ ਰਾਜ ਦੇ ਵਿੱਚ, ਰਾਜ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ, ਤੇ ਸਭ ਤੋਂ ਵੱਡਾ ਸ਼ਫਾਖਾਨਾ ਉਸ ਸਮੇਂ ਦਾ ਹਸਪਤਾਲ ਗੁਰੂ ਸਾਹਿਬਾਨ ਨੇ ਕੀਰਤਪੁਰ ਸਾਹਿਬ ਤਿਆਰ ਕਰਾ ਦਿੱਤਾ। ਰੱਖ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਕਿ ਰੁੱਖ ਲਾਏ ਜਾਣ, ਝਿੜੀਆਂ ਲਾਈਆਂ ਜਾਣ, ਗੁਰੂ ਸਾਹਿਬ ਨੇ ਤਿਆਰ ਕਰਵਾ ਦਿੱਤੀ। ਸੋ ਔਰੰਗਜ਼ੇਬ ਕਹਿੰਦਾ ਕਿ ਜਦੋਂ ਮੈਂ ਪੜ੍ਹਦਾ ਸੀ ਸੁਲਤਾਨਪੁਰ, ਤੇ ਜਿਹੜੇ ਸਾਡੇ ਉਸਤਾਦ ਸੀ ਉਹ ਅਕਸਰ ਹੀ ਕਿਸੇ ਗੱਲ ਦੇ ਵਿੱਚ ਜਦੋਂ ਹਰਵਾਲਾ ਜਾਂ ਪ੍ਰਮਾਣ ਦਿੰਦੇ ਸੀ
ਤਾਂ ਉਹ ਇਸੇ ਬਾਣੀ ਦੇ ਵਿੱਚੋਂ ਦਿੰਦੇ ਸੀ। ਇਸ ਕਰਕੇ ਬਚਪਨ ਤੋਂ ਹੀ ਇਹ ਗੱਲਾਂ ਮੇਰੀ ਜ਼ੁਬਾਨ ਦੇ ਉੱਪਰ ਨੇ। ਹੁਣ ਇਹਦਾ ਕਾਰਨ ਇਹ ਹੈ ਕਿ ਔਰੰਗਜ਼ੇਬ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲਾ ਸਵਾਲ ਜਿਹੜਾ ਰਾਮ ਰਾਏ ਨੂੰ ਕੀਤਾ ਗਿਆ, ਉਹ ਇਸ ਕਰਕੇ ਕੀਤਾ ਗਿਆ ਕਿਉਂਕਿ ਔਰੰਗਜ਼ੇਬ ਨੂੰ ਪਤਾ ਸੀ ਤੇ ਉਹਨੇ ਉਹੀ ਸਵਾਲ ਕੀਤਾ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ। ਰਾਮ ਰਾਏ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਸਲਾਮਤ, ਤੁਹਾਨੂੰ ਸੁਣਨ ਪੜ੍ਹਨ ਜਾਂ ਦੱਸਣ ਵਾਲਿਆਂ ਦੇ ਵਿੱਚ ਕੋਈ ਭੁਲੇਖਾ ਲੱਗਾ ਹੈ। ਇੱਥੇ ਸ਼ਬਦ ਮੁਸਲਮਾਨ ਕੀ ਨਹੀਂ ਬਲਕਿ ਬੇਈਮਾਨ ਕੀ ਹੈ। ਜਦੋਂ ਇਹ ਗੱਲ, ਬੇਸ਼ੱਕ ਔਰੰਗਜ਼ੇਬ ਤਾਂ ਇਸ ਜਵਾਬ ਦੇ ਨਾਲ ਖੁਸ਼ ਹੋ ਗਿਆ, ਪਰ ਜਦੋਂ ਇਹ ਜਵਾਬ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਫਿਰ ਗੁਰੂ ਸਾਹਿਬ ਨੇ ਉਸ ਵੇਲੇ ਕਹਿ ਦਿੱਤਾ, ਭਇਓ ਨਲਾਇਕ ਰਹਿਓ ਨਾ ਧੀਰ, ਭਾਵ ਕਿ ਰਾਮ ਰਾਏ ਨੂੰ ਉਸ ਸਮੇਂ ਗੁਰੂ ਘਰ ਤੋਂ ਵਾਂਝਾ ਕਰ ਦਿੱਤਾ ਗਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਸੀਗੇ ਉਹ ਫਿਰ ਗੁਰਤਾ ਗੱਦੀ ਦੇ ਅਧਿਕਾਰੀ ਬਣਦੇ ਨੇ। ਬਾਕੀ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।